ਸਤਿ ਸ਼੍ਰੀ ਅਕਾਲ ਜੀ। ਕਹਾਣੀਆਂ ਵਾਲੀ ਆ ਗਈ ਹੈ ਇੱਕ ਨਵੀਂ ਕਹਾਣੀ ਲੈ ਕੇ, ਜਿਸ ਦਾ ਨਾਂ ਹੈ ਰਾਜਾ ਤੇ ਉਸ ਦੀਆਂ ਰਾਣੀਆਂ। ਦੂਰ ਕਿਸੇ ਦੇਸ਼ ਵਿੱਚ ਇੱਕ ਰਾਜਾ ਸੀ ਕਮਲਾਪੁਰੀ ਦਾ। ਕਮਲਾਪੁਰੀ ਦੇ ਰਾਜੇ ਦੀਆਂ 2 ਰਾਣੀਆਂ ਸਨ। ਦੋਨੋਂ ਹੀ ਬਹੁਤ ਸੋਹਣੀਆਂ ਸੀ। ਵੱਡੀ ਰਾਣੀ ਦੇ ਇੱਕ ਬੱਚਾ ਸੀ ਤੇ ਛੋਟੀ ਰਾਣੀ ਦੇ 2 ਪੁੱਤਰ ਸਨ। ਵੱਡੀ ਰਾਣੀ ਬਹੁਤ ਭੋਲੀ ਸੀ ਤੇ ਛੋਟੀ ਰਾਣੀ ਨੂੰ ਫੁੱਟੀ ਅੱਖ ਨਹੀਂ ਸੀ ਸੌਂਦੀ। ਇੱਕ ਦਿਨ ਛੋਟੀ ਰਾਣੀ ਨੇ ਵੱਡੀ ਰਾਣੀ ਨੂੰ ਕਿਹਾ, ਵੱਡੀ ਦੀਦੀ, ਤੁਹਾਡੇ ਸਿਰ 'ਤੇ ਮੈਨੂੰ ਇੱਕ ਧੌਲਾ ਵਾਲ ਦਿਖਾਈ ਦੇ ਰਿਹਾ ਹੈ, ਲਿਆ ਮੈਂ ਉਸ ਨੂੰ ਕੱਢ ਦਿਆਂ। ਵੱਡੀ ਰਾਣੀ ਨੇ ਕਿਹਾ, ਮਗਰ ਮੇਰੇ ਤਾਂ ਸਿਰਫ ਇੱਕ ਹੀ ਵਾਲ ਆ, ਉਹ ਵੀ ਸਫੇਦ ਹੋ ਗਿਆ। ਛੋਟੀ ਰਾਣੀ ਨੇ ਝੂਠ ਮੂਠ ਦਾ ਗੁੱਸਾ ਵਿਖਾਇਆ ਤੇ ਬੋਲੀ, ਠੀਕ ਹੈ, ਜੇ ਤੁਹਾਨੂੰ ਮੇਰੇ 'ਤੇ ਯਕੀਨ ਨਹੀਂ ਨਾ ਤਾਂ ਮੇਰੇ ਨਾਲ ਗੱਲ ਨਾ ਕਰਿਓ। ਹੁਣ ਮੈਂ ਤਾਂ ਤੁਹਾਡੇ ਭਲੇ ਲਈ ਕਹਿ ਰਹੀ ਸੀ। ਭੋਲੀ ਭਾਲੀ ਵੱਡੀ ਰਾਣੀ ਛੋਟੀ ਰਾਣੀ ਦੀਆਂ ਗੱਲਾਂ ਵਿੱਚ ਆ ਗਈ ਤੇ ਛੋਟੀ ਰਾਣੀ ਨੇ ਉਸ ਦਾ ਉਹ ਇੱਕ ਵਾਲ ਚਿਮਟੀ ਨਾਲ ਖਿੱਚ ਕੇ ਕੱਢ ਦਿੱਤਾ। ਵੱਡੀ ਰਾਣੀ ਦੇ ਹੁਣ ਕੋਈ ਵਾਲ ਬਾਕੀ ਨਾ ਰਿਹਾ। ਰਾਜਾ ਨੇ ਜਦੋਂ ਇਹ ਵੇਖਿਆ ਤਾਂ ਬਹੁਤ ਨਾਰਾਜ਼ ਹੋਇਆ ਤੇ ਉਹਨੇ ਬਿਨਾਂ ਕੁਝ ਕਹੇ ਸੁਣੇ ਵੱਡੀ ਰਾਣੀ ਨੂੰ ਘਰੋਂ ਕੱਢ ਦਿੱਤਾ। ਵੱਡੀ ਰਾਣੀ ਰੋਂਦੇ ਰੋਂਦੇ ਰਾਜ ਤੋਂ ਬਾਹਰ ਚਲੀ ਗਈ ਤੇ ਇੱਕ ਨਦੀ ਦੇ ਕਿਨਾਰੇ ਅਨਾਰ ਦੇ ਦਰਖਤ ਦੇ ਹੇਠਾਂ ਬਹਿ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਉਦੋਂ ਇੱਕ ਬੀਤੇ ਭਰ ਦੀ ਬਹੁਤ ਸੁੰਦਰ ਪਰੀ ਜ਼ਾਹਰ ਹੋਈ। ਉਸ ਪਰੀ ਨੇ ਰਾਣੀ ਤੋਂ ਉਸਦੇ ਰੋਣ ਦਾ ਕਾਰਨ ਪੁੱਛਿਆ। ਵੱਡੀ ਰਾਣੀ ਨੇ ਸਭ ਕੁਝ ਸੱਚਮੁੱਚ ਦੱਸ ਦਿੱਤਾ। ਤਦ ਪਰੀ ਬੋਲੀ, ਠੀਕ ਹੈ, ਮੈਂ ਜਿਵੇਂ ਕਹਿੰਦੀ ਹਾਂ ਉਵੇਂ ਹੀ ਕਰ, ਨਾ ਜ਼ਿਆਦਾ ਘੱਟ ਤੇ ਨਾ ਜ਼ਿਆਦਾ ਬਹੁਤਾ। ਪਹਿਲਾਂ ਇਸ ਨਦੀ ਵਿੱਚ 3 ਵਾਰ ਡੁਬਕੀ ਲਗਾਓ ਤੇ ਫਿਰ ਇਸ ਅਨਾਰ ਦੇ ਦਰਖਤ ਤੋਂ ਇੱਕ ਅਨਾਰ ਤੋੜੋ। ਅਤੇ ਅਜਿਹਾ ਕਹਿ ਕੇ ਪਰੀ ਗਾਇਬ ਹੋ ਗਈ। ਵੱਡੀ ਰਾਣੀ ਨੇ ਉਵੇਂ ਹੀ ਕੀਤਾ ਜਿਵੇਂ ਕਿ ਪਰੀ ਨੇ ਕਿਹਾ ਸੀ। ਜਦੋਂ ਰਾਣੀ ਨੇ ਪਹਿਲੀ ਡੁਬਕੀ ਲਗਾਈ ਤਾਂ ਉਹਦੇ ਸਰੀਰ 'ਤੇ ਰੰਗ ਹੋਰ ਵੀ ਸਾਫ਼ ਹੋ ਗਿਆ ਤੇ ਹੁਸਨ ਹੋਰ ਵੀ ਨਿਖਰ ਗਿਆ। ਦੂਜੀ ਡੁਬਕੀ ਲਾਉਣ 'ਤੇ ਉਸਦੇ ਸਰੀਰ 'ਤੇ ਸੁੰਦਰ ਕੱਪੜੇ ਤੇ ਜੇਵਰ ਆ ਗਏ। ਤੀਜੀ ਡੁਬਕੀ ਲਗਾਉਣ 'ਤੇ ਰਾਣੀ ਦੇ ਸੁੰਦਰ ਲੰਬੇ ਕਾਲੇ ਘਣੇ ਵਾਲ ਆ ਗਏ। ਇਸ ਤਰ੍ਹਾਂ ਰਾਣੀ ਬਹੁਤ ਸੁੰਦਰ ਲੱਗਣ ਲੱਗੀ। ਨਦੀ ਤੋਂ ਬਾਹਰ ਨਿਕਲ ਕੇ ਰਾਣੀ ਨੇ ਪਰੀ ਦੇ ਕਹੇ ਅਨੁਸਾਰ ਅਨਾਰ ਦੇ ਦਰਖਤ ਤੋਂ ਇੱਕ ਅਨਾਰ ਤੋੜਿਆ। ਉਸ ਅਨਾਰ ਦੇ ਸਾਰੇ ਬੀਜ ਫੌਜੀ ਬਣ ਕੇ ਫੁੱਟ ਆਏ ਤੇ ਰਾਣੀ ਲਈ ਇੱਕ ਤਿਆਰ ਪਾਲਕੀ ਵਿੱਚ ਉਸ ਨੂੰ ਬਿਠਾ ਕੇ ਰਾਜ ਵਿੱਚ ਵਾਪਸ ਲੈ ਗਏ। ਰਾਜ ਮਹਿਲ ਦੇ ਬਾਹਰ ਰੌਲਾ ਸੁਣ ਕੇ ਰਾਜੇ ਨੇ ਆਪਣੇ ਮੰਤਰੀ ਤੋਂ ਪਤਾ ਕਰਨ ਲਈ ਕਿਹਾ ਕਿ ਕੀ ਗੱਲ ਹੈ। ਮੰਤਰੀ ਨੇ ਆ ਕੇ ਖਬਰ ਦਿੱਤੀ ਕਿ ਵੱਡੀ ਰਾਣੀ ਦਾ ਜਲੂਸ ਨਿਕਲਿਆ ਹੈ। ਰਾਜੇ ਨੇ ਤਦ ਵੱਡੀ ਰਾਣੀ ਨੂੰ ਮਹਿਲ ਵਿੱਚ ਸੱਦ ਕੇ ਸਾਰੀ ਕਹਾਣੀ ਸੁਣੀ ਅਤੇ ਪਛਤਾਉਂਦੇ ਹੋਏ ਇਸ ਵਾਰ ਛੋਟੀ ਰਾਣੀ ਨੂੰ ਰਾਜ ਤੋਂ ਬਾਹਰ ਨਿਕਲ ਜਾਣ ਦਾ ਆਦੇਸ਼ ਦਿੱਤਾ। ਛੋਟੀ ਰਾਣੀ ਨੇ ਪਹਿਲਾਂ ਹੀ ਪਰੀ ਦੀ ਸਾਰੀ ਕਹਾਣੀ ਸੁਣ ਲਈ ਸੀ। ਉਹ ਵੀ ਰਾਜ ਤੋਂ ਬਾਹਰ ਜਾ ਕੇ ਅਨਾਰ ਦੇ ਦਰਖਤ ਦੇ ਹੇਠਾਂ ਨਦੀ ਕਿਨਾਰੀ ਜਾ ਕੇ ਰੋਣ ਲੱਗੀ। ਪਹਿਲੀ ਵਾਰ ਵਾਂਗ ਹੀ ਉਸ ਵਾਰ ਵੀ ਪਰੀ ਜ਼ਾਹਰ ਹੋਈ। ਪਰੀ ਨੇ ਛੋਟੀ ਰਾਣੀ ਨੂੰ ਵੀ ਉਸਦੇ ਰੋਣ ਦਾ ਕਾਰਨ ਪੁੱਛਿਆ। ਛੋਟੀ ਰਾਣੀ ਨੇ ਝੂਠ ਮੂਠ ਵੱਡੀ ਰਾਣੀ ਦੇ ਉੱਤੇ ਦੋਸ਼ ਲਗਾਇਆ ਅਤੇ ਕਿਹਾ ਕਿ ਉਸ ਨੂੰ ਵੱਡੀ ਰਾਣੀ ਨੇ ਮਹਿਲ ਤੋਂ ਬਾਹਰ ਕੱਢ ਦਿੱਤਾ ਹੈ। ਤਦ ਪਰੀ ਬੋਲੀ, ਠੀਕ ਹੈ, ਮੈਂ ਜਿਵੇਂ ਕਹਿੰਦੀ ਹਾਂ ਉਵੇਂ ਹੀ ਕਰੋ, ਨਾ ਜ਼ਿਆਦਾ ਤੇ ਨਾ ਘੱਟ। ਪਹਿਲਾਂ ਇਸ ਨਦੀ ਵਿੱਚ 3 ਵਾਰ ਡੁਬਕੀ ਲਗਾ ਤੇ ਫਿਰ ਇਸ ਅਨਾਰ ਦੇ ਦਰਖਤ ਤੋਂ ਇੱਕ ਅਨਾਰ ਤੋੜ। ਅਤੇ ਅਜਿਹਾ ਕਹਿ ਕੇ ਪਰੀ ਗਾਇਬ ਹੋ ਗਈ। ਛੋਟੀ ਰਾਣੀ ਨੇ ਖੁਸ਼ ਹੋ ਕੇ ਨਦੀ ਵਿੱਚ ਡੁਬਕੀ ਲਗਾਈ। ਜਦੋਂ ਰਾਣੀ ਨੇ ਪਹਿਲੀ ਡੁਬਕੀ ਲਗਾਈ ਤਾਂ ਉਸਦੇ ਸਰੀਰ ਦਾ ਰੰਗ ਹੋਰ ਸਾਫ਼ ਹੋ ਗਿਆ, ਹੁਸਨ ਹੋਰ ਨਿਖਰ ਆਇਆ। ਦੂਜੀ ਡੁਬਕੀ ਲਗਾਉਣ 'ਤੇ ਉਸ ਦੇ ਸਰੀਰ 'ਤੇ ਸੁੰਦਰ ਕੱਪੜੇ ਤੇ ਜ਼ੇਵਰ ਆ ਗਏ। ਤੀਜੀ ਡੁਬਕੀ ਲਗਾਉਣ 'ਤੇ ਰਾਣੀ ਦੇ ਸੁੰਦਰ ਲੰਬੇ ਕਾਲੇ ਘਣੇ ਵਾਲ ਆ ਗਏ। ਇਸ ਤਰ੍ਹਾਂ ਰਾਣੀ ਬਹੁਤ ਸੁੰਦਰ ਲੱਗਣ ਲੱਗੀ। ਜਦੋਂ ਰਾਣੀ ਨੇ ਵੇਖਿਆ ਤਾਂ ਉਸ ਨੂੰ ਲੱਗਾ ਕਿ ਜੇਕਰ ਉਹ 3 ਡੁਬਕੀ ਲਗਾਉਣ ਨਾਲ ਇੰਨੀ ਸੁੰਦਰ ਬਣ ਸਕਦੀ ਹੈ ਤਾਂ ਹੋਰ ਡੁਬਕੀਆਂ ਲਾਉਣ ਨਾਲ ਕਿੰਨੀ ਸੁੰਦਰ ਲੱਗੇਗੀ। ਇਸ ਲਈ ਉਹਨੇ ਇੱਕ ਦੇ ਬਾਅਦ ਇੱਕ ਕਈ ਡੁਬਕੀਆਂ ਲਗਾ ਲਈਆਂ। ਮਗਰ ਉਸਦਾ ਅਜਿਹਾ ਕਰਨ ਦੀ ਹੀ ਦੇਰ ਸੀ ਕਿ ਰਾਣੀ ਦੇ ਸਰੀਰ ਦੇ ਸਾਰੇ ਕੱਪੜੇ ਫਟੇ ਪੁਰਾਣੇ ਹੋ ਗਏ, ਜ਼ੇਵਰ ਗਾਇਬ ਹੋ ਗਏ, ਸਿਰ ਤੋਂ ਵਾਲ ਚਲੇ ਗਏ ਤੇ ਸਾਰੇ ਸਰੀਰ ਦੇ ਦਾਗ ਤੇ ਮੱਸੇ ਵਿਖਣ ਲੱਗੇ। ਛੋਟੀ ਰਾਣੀ ਅਜਿਹਾ ਵੇਖ ਕੇ ਦਹੱਥੜ ਮਾਰ ਕੇ ਰੋਣ ਲੱਗੀ। ਫਿਰ ਉਹ ਨਦੀ ਤੋਂ ਬਾਹਰ ਆਈ ਤੇ ਅਨਾਰ ਦੇ ਦਰਖਤ ਤੋਂ ਇੱਕ ਅਨਾਰ ਤੋੜਿਆ। ਉਸ ਅਨਾਰ ਵਿੱਚੋਂ ਵੱਡਾ ਸਾਰਾ ਸੱਪ ਨਿਕਲਿਆ ਤੇ ਰਾਣੀ ਨੂੰ ਖਾ ਗਿਆ।